दोस्तों 4-5 दिन इंतजार करने तो बाद सारी इंटरनेशनल सिचुएशन वॉच करने तो बाद ਅੱਜ मैं सोचा कि ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਸਟਰ ਟਰੂਡੋ ਨੇ ਉੱਥੋਂ ਦੀ ਪਾਰਲੀਮੈਂਟ ਵਿੱਚ ਆਪਣੇ ਦੇਸ਼ ਦੀ ਸਰਕਾਰ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਔਰ ਉਹਨਾਂ ਦੀ ਸਪੋਰਟ ਉੱਥੋਂ ਦੀਆਂ ਜਿਹੜੀਆਂ ਪ੍ਰਮੁੱਖ ਦੋ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨੇ ਖੜ ਕੇ ਉੱਥੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਇਨਸਾਫ ਮੰਗਿਆ ਔਰ ਇਹ ਮੈਂ 4-5 ਦਿਨ ਇਸ ਲਈ ਮੈਂ ਅੱਜ ਮੈਨੂੰ ਬੋਲਣ ਤੇ ਮੈਂ ਮਜਬੂਰ ਹਾਂ ਹਾਲਾਂਕਿ ਜਿਹੜੀ ਮੇਰੀ ਇੱਕ ਨੈਸ਼ਨਲ ਪਾਰਟੀ ਆ ਉਹਦਾ ਵਿਊ ਪੁਆਇੰਟ ਤਕਰੀਬਨ ਸਭ ਨੂੰ ਪਤਾ ਵਾ ਪਰ ਫਿਰ ਵੀ ਮੈਂ ਸਮਝਿਆ ਕਿ ਪਿਛਲੇ 4-5 ਦਿਨ ਤੋਂ ਕੋਈ ਵੀ ਸਿੱਖ ਆਗੂ ਪੰਜਾਬ ਦਾ ਨਹੀਂ ਬੋਲਿਆ ਇੱਕ ਵੀ ਆਦਮੀ ਜਿਹੜਾ ਕੋਈ ਪੰਜਾਬ ਦਾ ਜਾਂ ਸਿੱਖਾਂ ਦੀ ਗੱਲ ਕਹਿ ਸਕਦਾ ਹੋਇਆ ਕੋਈ ਨਹੀਂ ਬੋਲਿਆ ਔਰ ਵਿਸ਼ੇਸ਼ ਤੌਰ ਤੇ ਇਹਦੇ 'ਚ ਮੈਂ ਸਿੰਗਲ ਆਊਟ ਕਰੂੰਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਕਾਬਜ ਨੇ ਬਾਦਲ ਦਾ ਪਰਿਵਾਰ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਮੈਂਬਰਸ ਨੇ ਔਰ ਦੇਸ਼ ਵਿੱਚ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇੱਕ ਸ਼ਬਦ ਨਹੀਂ ਬੋਲੇ ਵੀਜ਼ਾ ਵਗੈਰਾ ਤੇ ਬੋਲੇ ਨੇ ਲੇਕਿਨ ਜਿਹੜੇ ਐਲੀਗੇਸ਼ਨਸ ਹਿਊਮਨ ਰਾਈਟਸ ਅਬਿਊਜ਼ ਦੇ ਔਰ ਉਹਨਾਂ ਦੀ ਧਰਤੀ ਦੇ ਉੱਤੇ ਜਿਹੜਾ ਕਤਲ ਹੋਇਆ ਇੱਕ ਸਿੱਖ ਭਾਵਾਂ ਕਿ ਉਸ ਨੂੰ ਖਾਲਿਸਤਾਨੀ ਕਿਹਾ ਗਿਆ ਉਸ ਨੂੰ ਟੈਰਰਿਸਟ ਕਿਹਾ ਗਿਆ ਕਿ ਕਿਸੇ ਸੂਬੇ ਦੇ ਕੋਲ ਕਿਸੇ ਗਵਰਨਮੈਂਟ ਦੇ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਕੋਈ ਵਿਦਆਊਟ ਐਨੀ ਟ੍ਰਾਇਲ ਬਿਨਾਂ ਕਿਸੇ ਕੋਰਟ ਕਿਸੇ ਅਦਾਲਤ ਦੀ ਕਾਰਵਾਈ ਤੋਂ ਕਿਸੇ ਨੂੰ ਕਤਲ ਕੀਤਾ ਜਾ ਸਕਦਾ ਸਵਾਲ ਇਹ ਉੱਠਿਆ ਵਾ ਔਰ ਇੱਥੇ ਕੋਈ ਨਹੀਂ ਬੋਲਿਆ ਉਹਨਾਂ ਦੀ ਤਾਂ ਮੈਨੂੰ ਮਜਬੂਰੀ ਸਮਝ ਆ ਗਈ ਬਾਦਲ ਹੋਣਾ ਦੀ ਹੁਣ ਚੰਗੀ ਤਰ੍ਹਾਂ ਨਾਲ ਕਿ ਉਹ ਬੀਜੇਪੀ ਦੇ ਅੱਗੇ ਗੋਡੇ ਟੇਕ ਰਹੇ ਨੇ ਚੰਦ ਵੋਟਾਂ ਦੇ ਵਾਸਤੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਜੇ ਪਾਰਲੀਮੈਂਟ ਵਿੱਚ ਅਸੀਂ ਅੱਜ ਉਲਟ ਬੋਲਾਂਗੇ ਤਾਂ ਸਾਡਾ ਸ਼ਾਇਦ ਸਮਝੌਤਾ ਨਾ ਹੋਵੇ ਤਾਂ ਫਿਰ ਅਕਾਲੀ ਦਲ ਥੋੜ੍ਹਾ ਰਿਹਾ ਇਹ ਫਿਰ ਤਾਂ ਇੱਕ ਨੋਰਮਲ ਸੁਧਾਰਨ ਜਿੱਦਾਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਜਿੱਦਾਂ ਇਹਨਾਂ ਨੇ ਧਾਰਾ 370 ਜਦੋਂ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਗਏ ਸੀਗੇ ਉਦੋਂ ਬੀਜੇਪੀ ਦੇ ਹਮਾਇਤ ਕੀਤੀ ਬਿਲਕੁਲ ਉਸ ਤਰਜ਼ ਦੇ ਉੱਤੇ ਅੱਜ ਇਹ ਉੱਥੇ ਬੈਠੇ ਨੇ ਤੇ ਫਿਰ ਇਹ ਸਿੱਖਾਂ ਨਾਲ ਗਿਲਾ ਕਰਦੇ ਨੇ ਆਣ ਕੇ ਕਿ ਜੀ ਸਿੱਖ ਸਾਨੂੰ ਅਕਾਲੀ ਦਲ ਨੂੰ ਕਿਉਂ ਛੱਡ ਰਹੇ ਨੇ ਆਪਣੀ ਮਾਂ ਪਾਰਟੀ ਨੂੰ ਕਿਉਂ ਛੱਡ ਰਹੇ ਨੇ ਕਿਉਂਕਿ ਸਿੱਖਾਂ ਨੂੰ ਲੱਗ ਰਿਹਾ ਕਿ ਤੁਸੀਂ ਮਾਂ ਪਾਰਟੀ ਨਹੀਂ ਕਿ ਤੁਸੀਂ ਇੱਕ ਟੱਬਰ ਦੀ ਪਾਰਟੀ ਬਣ ਕੇ ਰਹੇ ਦੂਸਰਾ ਭਗਵੰਤ ਮਾਨ ਇਹ ਚੀਫ ਮਿਨਿਸਟਰ ਹੈ ਪੰਜਾਬ ਦਾ ਇਹ ਮਤ ਸਮਝਣਾ ਕਿ ਆਮ ਆਦਮੀ ਪਾਰਟੀ ਇਕੱਲੀ ਨੂੰ ਬਿਲੋਂਗ ਕਰਦਾ ਅੱਜ ਉਹ 3 ਕਰੋੜ ਪੰਜਾਬੀਆਂ ਦਾ ਚੀਫ ਮਿਨਿਸਟਰ ਹੈ ਮੁੱਖ ਮੰਤਰੀ ਆ ਪਹਿਰੇਦਾਰ ਆ ਚੌਕੀਦਾਰ ਆ ਇੱਕ ਸ਼ਬਦ ਨਹੀਂ ਬੋਲਿਆ ਉਹ ਐਡਾ ਇੰਪੋਰਟੈਂਟ ਇੱਕ ਇਸ਼ੂ ਮਤਲਬ 8 ਲੱਖ ਦੇ ਕਰੀਬ ਪੰਜਾਬੀ ਕੈਨੇਡਾ ਦੇ ਜਿਨ੍ਹਾਂ ਦਾ ਭਵਿੱਖ ਉਹਨਾਂ 'ਚੋਂ ਬਹੁਤੇ ਨੌਜਵਾਨ ਤਬਕਾ ਵਾ ਜਿਨ੍ਹਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਤੇ ਆਪਣੇ ਸੂਬੇ ਦੀ ਇੱਜ਼ਤ ਦਾਅ ਤੇ ਲੱਗ ਗਈ ਪੰਜਾਬ ਦੀ ਔਰ ਖਾਸ ਤੌਰ ਤੇ ਉਹਨਾਂ ਵਿੱਚੋਂ ਸਿੱਖਾਂ ਦੀ ਕਿਉਂਕਿ ਜਦੋਂ ਵੀ ਕੋਈ ਇਦਾਂ ਦਾ ਐਕਸ਼ਨ ਹੁੰਦਾ ਜਾਂ ਜਦੋਂ ਕੋਈ ਇਦਾਂ ਦਾ ਮੁੱਦਾ ਉੱਠਦਾ ਜਿੱਥੇ ਖਾਲਿਸਤਾਨ ਦੀ ਗੱਲ ਵੱਜਦੀ ਆ ਉੱਥੇ ਫਿਰ ਸਾਡੇ ਦੇਸ਼ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਅਤੇ ਜਿਹੜੇ ਟ੍ਰੋਲ ਕਰਨ ਵਾਲੀਆਂ ਫੌਜਾਂ ਨੇ ਇੱਥੇ ਉਹ ਫਿਰ ਦੱਬ ਕੇ ਸਾਰੇ ਸਿੱਖਾਂ ਨੂੰ ਇੱਕ ਰੰਗ ਵਿੱਚ ਪੇਂਟ ਕਰਦੀਆਂ ਨੇ ਇੱਕੋ ਛਵੀ ਦੇ ਵਿੱਚ ਕਿ ਇਹ ਤਾਂ ਗਦਾਰ ਨੇ ਇਹ ਅੱਤਵਾਦੀ ਨੇ ਔਰ ਕਿੱਦਾਂ ਦੇ ਸ਼ਬਦ ਚੱਲਦੇ ਨੇ ਇੱਥੋਂ ਤੱਕ ਕਿ ਸਾਡਾ ਇੱਕ ਕਲਾਕਾਰ ਆਉਣਾ ਸੀਗਾ ਸ਼ੁਭਨੀਤ ਉਸਨੇ ਇੱਥੇ ਇੰਡੀਆ 'ਚ ਆਣ ਕੇ ਪਰਫਾਰਮ ਕਰਨਾ ਸੀਗਾ ਐਡੀ ਟ੍ਰੋਲਿੰਗ ਕੀਤੀ ਕਿ ਉਸ ਦਾ ਇੱਕ ਸ਼ੋਅ ਜਿਹੜਾ ਸੀ ਕੈਂਸਲ ਉਹ ਤਾਂ ਇੱਕ ਸਿਰਫ ਸਾਦਾ ਜਿਹਾ ਕਲਾਕਾਰ ਸੀਗਾ ਔਰ ਉਹ ਕਹਿ ਰਿਹਾ ਕਿ ਮੈਂ ਆਪਣੀ ਧਰਤੀ ਤੇ ਆਉਣਾ ਚਾਹੁੰਦਾ ਸੀਗਾ ਇਹਦਾ ਇਫੈਕਟ ਪਿਆ ਇਹਦੇ ਮੁਕਾਬਲੇ ਤੇ ਜਦੋਂ ਕੋਈ ਦੂਜੀਆਂ ਵੱਖਵਾਦੀ ਸੁਰਾਂ ਉੱਠਦੀਆਂ ਨੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੇ ਉੱਥੇ ਤਾਂ ਕੋਈ ਇਦਾਂ ਦਾ ਨਜ਼ਰੀਆ ਨਹੀਂ ਬਣਾਇਆ ਜਾਂਦਾ ਕਿ ਇਹ ਦੇਸ਼ ਟੁੱਟ ਜਾਵੇਗਾ ਉਦੋਂ ਤਾਂ ਨੈਸ਼ਨਲ ਮੀਡੀਆ ਕੁਝ ਨਹੀਂ ਬੋਲਦਾ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਬਲੇਟੈਂਟਲੀ ਸ਼ਰੇਆਮ ਕਾਨੂੰਨ ਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਕਹੀ ਜਾਂਦੀ ਹੈ ਮੈਂ ਕੋਈ ਖਾਲਿਸਤਾਨ ਦੇ ਹੱਕ ਵਿੱਚ ਨਹੀਂਗਾ ਬਿਲਕੁਲ ਅੱਛੀ ਤਰ੍ਹਾਂ ਮੈਂ ਪਹਿਲਾਂ ਇੱਥੇ ਕਲੈਰੀਫਾਈ ਕਰਨਾ ਚਾਹੁੰਦਾ ਪਰ ਮੈਂ ਜਦੋਂ ਬਾਹਰੋਂ ਬੈਠਾ ਇੱਕ ਦੇਖ ਰਿਹਾ ਵਾਂ ਇੱਕ ਦ੍ਰਿਸ਼ ਜਿਹਦੇ ਸਾਡੇ ਪੰਜਾਬ ਦੀ ਤੇ ਸਿੱਖਾਂ ਦੀ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਪੰਜਾਬੀਆਂ ਦਾ ਵਿੱਚੇ ਭੰਡੀ ਪ੍ਰਚਾਰ ਹੋ ਰਿਹਾ ਵਾ ਤੇ ਮੈਂ ਸਮਝਦਾ ਤੇ ਕਿਸੇ ਨੂੰ ਤਾਂ ਬੋਲਣਾ ਚਾਹੀਦਾ ਸੀ ਭਗਵੰਤ ਮਾਨ ਛੋਟੀ ਗੱਲ ਤੇ ਉੱਠ ਕੇ ਸਵੇਰੇ ਟਵੀਟ ਕਰਦਾ ਕਦੀ ਕਹਿੰਦਾ ਜੀ ਫਲਾਣੇ ਲੀਡਰ ਨੂੰ 10ਵੀਂ ਨਹੀਂ ਪੜ੍ਹਨੀ ਆਈ ਇਹਨੂੰ ਮੈਂ ਕਹਿੰਦਾ ਪੰਜਾਬੀ 'ਚ 10ਵੀਂ ਕਰਕੇ ਦਿਖਾ ਦੇ 45% ਨੰਬਰ ਲੈ ਕੇ ਆ ਜਾ ਛੋਟੀਆਂ ਗੱਲਾਂ ਤੇ ਹੋਰ ਟਿਚਰਾਂ ਕਰਦਾ ਆਪੋਜੀਸ਼ਨ ਨੂੰ ਅੱਜ ਐਡਾ ਵੱਡਾ ਇੱਕ ਮਸਲਾ ਉੱਠਿਆ ਜਿਹਦੇ ਤੇ ਕੌਣ ਸਾਥ ਦੇ ਰਿਹਾ ਕੈਨੇਡਾ ਦਾ ਇੰਟਰਨੈਸ਼ਨਲ ਕਮਿਊਨਿਟੀ 'ਚ ਅੱਜ ਅਮਰੀਕਾ USA ਉਹਨਾਂ ਦੇ ਨਾਲ ਖੜਾ ਵਾ ਉਹਨਾਂ ਦੀ ਇੱਕ ਪ੍ਰੋਪਰ ਵਾਈਟ ਹਾਊਸ ਤੋਂ ਸਟੇਟਮੈਂਟ ਆਈ ਹੈ ਕਿ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਇਸ਼ੂ ਤੇ ਕਿਸੇ ਕੰਟਰੀ ਨੂੰ ਐਗਜ਼ੈਂਪਸ਼ਨ ਨਹੀਂ ਦੇ ਸਕਦੇ ਐਗਜ਼ੈਂਪਸ਼ਨ ਮਤਲਬ ਕਿ ਅਸੀਂ ਉਹਨਾਂ ਨੂੰ
ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਤੁਸੀਂ ਕੁਝ ਵੀ ਕਰੋ ਤੇ ਅਸੀਂ ਸਿਰਫ ਤੁਹਾਡੇ ਨਾਲ ਵਪਾਰ ਦੇ ਸਾਧਨ ਬਣਾਉਣੇ ਨੇ, ਸੰਬੰਧ ਬਣਾਉਣੇ ਤੇ ਇਸ ਕਰਕੇ ਅਸੀਂ ਇਸ ਨੂੰ ਐਗਜ਼ੈਂਪਟ ਕਰ ਰਹੇ। ਇੱਦਾਂ USA ਨਾਲ ਖੜਾ ਹੋ ਗਿਆ, ਫਿਰ ਆਸਟ੍ਰੇਲੀਆ ਨਾਲ ਖੜਾ ਹੋ ਗਿਆ, ਫਿਰ UK ਨਾਲ ਖੜਾ ਹੋ ਗਿਆ, ਫਿਰ ਨਿਊਜ਼ੀਲੈਂਡ ਨਾਲ ਖੜਾ ਹੋ ਗਿਆ, ਫਿਰ G7 ਜਿਹੜਾ ਮੋਸਟ ਪਾਵਰਫੁਲ ਗਰੁੱਪ ਆਫ ਨੇਸ਼ਨਸ ਹੈ, ਫਿਰ ਉਹ ਖੜੇ ਹੋ ਗਏ। ਜਿਹੜੀਆਂ ਆਪਾਂ ਕਹਿੰਦੇ 5 ਆਈਜ਼ ਇੱਕ ਗਰੁੱਪ ਬਣਿਆ ਨੇਸ਼ਨਸ ਦਾ ਤਾਕਤਵਰ, ਫਿਰ ਸਾਰੇ ਉਹ ਖੜੇ ਹੋ ਗਏ ਨੇ। ਔਰ ਸਿਰਫ ਉਹ ਜਾਣਨਾ ਕੀ ਚਾਹੁੰਦੇ ਨੇ ਕਿ ਜਿਹੜੇ ਇਲਜ਼ਾਮ ਟਰੂਡੋ ਨੇ ਪਾਰਲੀਮੈਂਟ ਵਿੱਚ ਲਾਏ, ਔਰ ਉਸ ਤੋਂ ਬਾਅਦ ਉਹਨੇ ਜਸਟਿਨ ਟਰੂਡੋ ਨੇ, ਪ੍ਰਾਈਮ ਮਿਨਿਸਟਰ ਨੇ, ਇਹ ਇਲਜ਼ਾਮ ਕੱਲ ਫਿਰ ਦੁਬਾਰਾ ਜਿਹੜਾ ਨਿਊਯਾਰਕ ਦੇ ਵਿੱਚ UNO ਦੀ ਜਿਹੜੀ ਜਨਰਲ ਅਸੈਂਬਲੀ ਅਟੈਂਡ ਕਰਨ ਤੋਂ ਬਾਅਦ ਬਾਹਰ ਜਦੋਂ ਨਿਕਲਿਆ, ਉੱਥੇ ਜਿਹੜੀ ਇੰਟਰਨੈਸ਼ਨਲ ਮੀਡੀਆ ਸੀਗਾ, ਉੱਥੇ ਫਿਰ ਆਪਣੇ ਇਲਜ਼ਾਮ ਦੁਹਰਾਏ ਔਰ ਉਹਨੇ ਕਿਹਾ ਵੀ ਹੈਵ ਕ੍ਰੈਡੀਬਲ ਇਨਫੋਰਮੇਸ਼ਨ। ਆਫਟਰ ਆਲ ਦੇਸ਼ ਦਾ ਪ੍ਰਾਈਮ ਮਿਨਿਸਟਰ ਆ। ਔਰ ਪਿਛਲੇ ਦਿਨਾਂ 'ਚ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ CBC ਨੇ ਵੀ ਇੱਕ ਰਿਪੋਰਟ ਛਾਇਆ ਕੀਤੀ ਹੈ, ਕੈਨੇਡੀਅਨ ਬ੍ਰੌਡਕਾਸਟਿੰਗ ਜਿਹੜਾ ਉਹਨਾਂ ਦਾ ਟੈਲੀਵਿਜ਼ਨ ਹੈਗਾ CBC, ਉਸਨੇ ਵੀ ਇੱਕ ਰਿਪੋਰਟ ਉਹਨੇ ਕੋਟ ਕੀਤਾ CIS ਨੂੰ, ਕੈਨੇਡੀਅਨ ਇੰਟੈਲੀਜੈਂਸ ਸਰਵਿਸ ਨੂੰ। ਜੋ ਵੀ ਮੈਂ ਉਹਦੀ ਡਿਟੇਲਸ ਨਹੀਂ ਜਾਣਾ ਚਾਹੁੰਦਾ, ਮੈਂ ਫਿਰ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ। ਅੱਜ ਇੰਟਰਨੈਸ਼ਨਲ ਮੀਡੀਆ, ਇੰਟਰਨੈਸ਼ਨਲ ਜਿਹੜਾ ਦੇਸ਼ ਨੇ, ਉਹਦੇ ਵਿੱਚ ਭਾਰਤ ਦੀ ਬਦਨਾਮੀ ਹੋ ਰਹੀ ਆ। ਇਹ ਭਾਵੇਂ ਤੁਸੀਂ ਮੰਨੋ ਤੇ ਚਾਹੇ ਨਾ ਮੰਨੋ, ਜਿਹੜੇ ਇੱਥੇ ਆਪਾਂ ਬੈਠਦੇ ਨੇ ਰੋਜ਼, ਜਿਹੜਾ ਆਪਾਂ ਕਹਿੰਦੇ ਨਾ ਕਿ ਅਸੀਂ G20 ਦੀ ਸਮਿਟ ਕਰਾ ਕੇ ਦਿੱਲੀ ਵਿੱਚ ਬਹੁਤ ਵੱਡੇ ਪੱਧਰ ਦੇ ਵਿਸ਼ਵ ਪੱਧਰੀ ਭਾਰਤ ਦਾ ਅਸੀਂ ਇੱਕ ਨਾਮ ਖੱਟਿਆ ਵਾ, ਉਹ ਇੱਕ ਇਨਸੀਡੈਂਟ ਨੇ ਤੁਹਾਡਾ ਨਾਮ ਖਰਾਬ ਕੀਤਾ ਵਾ। ਔਰ ਰੂਲ ਆਫ ਲਾਅ, ਰੂਲ ਆਫ ਕਨਸਟੀਟਿਊਸ਼ਨ, ਇਹ ਤਾਂ ਸਭ ਤੋਂ ਵੱਡੀ ਮੰਗ ਹੈ ਨਾ ਦੁਨੀਆ ਦੇ ਵਿੱਚ ਕਿ ਅੱਜ ਜੇ ਸਿੱਖ ਜਿਹੜੇ ਨੇ, ਫਰਜ਼ ਕਰੋ ਅਗਰ ਇਹ ਗੱਲ ਇਲਜ਼ਾਮ ਸੱਚੇ ਨਿਕਲਦੇ ਨੇ, ਕੱਲ ਨੂੰ ਕੋਈ ਕੈਨੇਡੀਅਨ ਗਵਰਨਮੈਂਟ ਉੱਥੇ ਤੁਹਾਨੂੰ ਐਵੀਡੈਂਸ ਪ੍ਰੋਡਿਊਸ ਕਰਦੀ ਹੈ, ਹਾਲਾਂਕਿ ਉਹਨਾਂ ਨੇ ਕਿਹਾ ਕਿ ਯਾਰੀ ਕਿ ਸਾਡੀ ਜਿਹੜੀ CIS ਦੀ ਜਿਹੜੀ ਔਰਤ ਇੱਕ ਹੈਡ ਹੈ ਉਹਨਾਂ ਦੀ, ਉਹ ਇੰਡੀਆ ਵਿਜ਼ਿਟ ਕਰਕੇ ਇੱਥੋਂ ਦੀ ਸਰਕਾਰ ਨੂੰ ਕਾਫੀ ਹੱਦ ਤੱਕ ਇਸ ਕਤਲ ਦੇ ਮੁਤਲਕ ਸਬੂਤ, ਰਿਕਾਰਡਿੰਗਸ ਦਿਖਾ ਕੇ ਗਈ ਹੈ। ਅਗਰ ਕੱਲ ਨੂੰ ਇਹ ਸਬੂਤ ਸੱਚੇ ਨਿਕਲਦੇ ਨੇ ਤੇ ਸਾਰੇ ਭਾਰਤ ਦਾ, ਸਾਰੀ ਦੁਨੀਆ ਦੇ ਵਿੱਚ ਸਿਰ ਜਿਹੜਾ ਹੈ ਉਹ ਨੀਵਾਂ ਹੋਵੇਗਾ। ਅਗਰ ਆਪਾਂ ਟਰੂਲੀ ਭਾਰਤੀ ਹਾਂ, ਅਗਰ ਟਰੂਲੀ ਇੰਡੀਅਨਸ ਹਾਂ, then why do we support such extrajudicial killings? Do not we have a law? ਅਗਰ ਫਰਜ਼ ਕਰੋ ਕੋਈ ਡਿਲੇ ਕਰ ਰਿਹਾ ਕਿ ਕੈਨੇਡਾ ਜਿਹੜਾ ਐਕਸਟ੍ਰਾਡਾਈਟ ਨਹੀਂ ਕਰ ਰਿਹਾ ਉੱਥੋਂ ਦੇ ਜਿਹੜੇ ਸਾਨੂੰ ਵਾਂਟਡ ਬੰਦੇ ਨੇ, ਅੱਜ ਨਹੀਂ ਹੋਊਗਾ, ਸਾਲ ਨੂੰ ਹੋ ਜਾਊਗਾ, 2 ਸਾਲਾਂ ਨੂੰ ਹੋ ਜਾਊ, 3 ਨੂੰ ਹੋ ਜਾਊਗਾ, 5 ਨੂੰ ਹੋ ਜਾਊਗਾ। ਆਪਾਂ ਵੀ ਇੱਥੇ ਬਹੁਤ ਸਾਰੀਆਂ ਸਾਡੀਆਂ ਟ੍ਰਾਇਲਸ ਨੇ, ਇੰਨੀਆਂ ਡਿਲੇਡ ਨੇ, ਇੱਕ ਜਨਰੇਸ਼ਨ ਲੰਘ ਜਾਂਦੀ ਹੈ। ਕੀ ਆਪਣੇ ਕੋਲ ਅਧਿਕਾਰ ਹੈ ਕਿ ਅਸੀਂ ਦੇਸ਼ ਟੱਪ ਕੇ ਅੱਗੇ ਜਾ ਕੇ ਤੇ ਉੱਥੇ ਬੰਦੇ ਚੱਕ ਲਈਏ? ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਪੰਜਾਬੀ ਨੇ ਤੇ ਸਿੱਖ ਨੇ, ਉਹ ਪੰਜਾਬ ਵਿੱਚ ਤਾਂ ਮਹਿਫੂਜ਼ ਹੈ ਹੀ ਨਹੀਂ ਹਨ, ਉਹ ਉੱਥੇ ਵੀ ਮਹਿਫੂਜ਼ ਨੇਗੇ। ਔਰ ਇੱਥੇ ਮੈਂ ਤਾਂ ਕਹਿ ਰਿਹਾ ਕਿ ਇੱਥੇ ਇੱਕ ਟਰੈਕ ਰਿਕਾਰਡ ਹੈ ਪੁਰਾਣਾ, ਪਿਛਲੇ 30, 35, 40 ਸਾਲ ਤੋਂ, ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵਿੱਚ ਬੰਦੇ ਨਹੀਂ ਮਾਰੇ ਗਏ। ਆ ਪਰਸੋਂ ਚੌਥ ਹੀ ਅੰਮ੍ਰਿਤਸਰ ਦੇ ਅਦਾਲਤ ਨੇ 3 ਕੇ 4 ਪੁਲਿਸ ਵਾਲਿਆਂ ਨੂੰ ਸਜ਼ਾ ਦਿੱਤੀ ਆ ਫॉर ਕਿਲਿੰਗ ਪੀਪਲ, ਇਨੋਸੈਂਟ 6 ਇਨ ਫੇਕ ਇਨਕਾਊਂਟਰ। ਔਰ ਵੈਸੇ ਵੀ ਹੋਰ ਬਹੁਤ ਸਾਰੀਆਂ ਗੱਲਾਂ ਨੇ। ਕੀ ਇਹਦੇ ਨਾਲ ਸਾਡਾ ਸਿਰ ਉੱਚਾ ਹੁੰਦਾ? ਕੀ ਇਹਦਾ ਮਤਲਬ ਹੈ ਕਿ ਉਹ ਕੀ ਕਹਿੰਦੇ ਹੁੰਦੇ ਕਿ ਜਿਹੜਾ ਤਕੜਾ ਉਹਦੀ 7ਵੀਂ ਹੀ 100, ਕਿ ਜਿਹੜਾ ਤਕੜਾ ਉਹ ਜਿੱਥੇ ਮਰਜ਼ੀ ਜਾ ਕੇ ਜਿਹਨੂੰ ਮਰਜ਼ੀ ਮਾਰ ਦੇਵੇ? ਇਹ ਤਾਂ ਫਿਰ ਤਕੜੇ ਤੇ ਕਮਜ਼ੋਰ ਦੀ ਲੜਾਈ ਹੋਊਗੀ। ਇਹ ਤਾਂ ਫਿਰ ਰੂਲ ਆਫ ਲਾਅ ਤੇ ਕਨਸਟੀਟਿਊਸ਼ਨ ਦੀ ਲੜਾਈ ਤੇ ਅਦਾਲਤਾਂ ਦੀ ਲੜਾਈ ਤਾਂ ਰਹਿ ਨਹੀਂ ਗਈ। ਫਿਰ ਇਹ ਤਾਂ ਡਿਸਆਰਗੇਨਾਈਜ਼ਡ ਗਰੁੱਪਸ ਕਰਦੇ ਨੇ ਦੁਨੀਆ ਦੇ ਵਿੱਚ, ਜਿਹੜੇ ਸੋ ਕਾਲਡ ਟੈਰਰਿਸਟ ਗਰੁੱਪਸ ਨੇ, ਆਰਗੇਨਾਈਜੇਸ਼ਨ ਨੇ, ਦੇ ਹੈਵ ਨੋ ਰੂਲ ਆਫ ਲਾਅ। ਬਟ ਕੰਟਰੀਜ਼ ਲਾਈਕ ਇੰਡੀਆ, ਜਿਹੜੀ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਹੈ ਸਾਰੀ ਦੁਨੀਆ ਦੇ ਵਿੱਚ, ਇੱਕ ਗਰੋਇੰਗ ਡੈਮੋਕ੍ਰੇਸੀ ਆ, ਇੱਕ ਪ੍ਰੋਗਰੈਸਿਵ ਕੰਟਰੀ ਗਿਣਿਆ ਜਾ ਰਿਹਾ ਵਾ ਸਾਰੀ ਦੁਨੀਆ 'ਚ। ਸਾਡੀ ਇਕਨੋਮੀ ਇਸ ਵਕਤ ਉਤਲੇ ਨੰਬਰਾਂ ਵਿੱਚ ਆ ਰਹੀ ਹੈ। ਸਾਡੀ 3 ਟ੍ਰਿਲੀਅਨ ਡਾਲਰਸ ਦੀ ਇਕਨੋਮੀ ਆ। ਹਾਲਾਂਕਿ ਕੈਨੇਡਾ ਦੀ ਵੀ ਨਾਟ ਟੂ ਫੋਰਗੇਟ, ਉਹਦੀ ਸਾਡੇ ਮੁਕਾਬਲੇ ਤੇ ਪੋਪੂਲੇਸ਼ਨ 140 ਕਰੋੜ ਦੇ ਮੁਕਾਬਲੇ ਤੇ ਸਿਰਫ 4 ਕਰੋੜ ਆ। ਉਹਨਾਂ ਦੀ ਇਕਨੋਮੀ 2 ਟ੍ਰਿਲੀਅਨ ਦੀ ਹੈਗੀ ਆ। ਔਰ ਉਹਨਾਂ ਦਾ ਜਿਹੜਾ ਪਰ ਕੈਪੀਟਾ ਹੈਗਾ ਐਜ਼ ਪਰ GDP, ਉਹ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ। ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਪਰ ਸਾਡੇ ਕੋਲ ਇੱਕ ਸੰਵਿਧਾਨ ਆ, ਰੂਲ ਆਫ ਲਾਅ ਹੈ। ਔਰ ਮੈਨੂੰ ਤਾਂ ਐਂ ਲੱਗਦਾ ਅਗਰ ਇਹ ਗੱਲਾਂ ਸੱਚੀਆਂ ਉੱਥੇ ਨਿਕਲ ਰਹੀਆਂ ਨੇ, ਇਹਦਾ ਮਤਲਬ ਇੱਥੇ ਤਾਂ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂਗਾ। ਇਹਦਾ ਮਤਲਬ ਕੋਈ ਵੱਡੀ ਗੱਲ ਨਹੀਂ ਗੀ। ਮੈਂ ਸ਼ੰਕਾ ਜ਼ਾਹਰ ਕਰ ਰਿਹਾ ਹਾਂ ਕਿ ਦੀਪ ਸਿੱਧੂ ਵੀ ਇਸੇ ਤਰ੍ਹਾਂ ਦਾ ਕਤਲ ਦਾ ਸ਼ਿਕਾਰ ਹੋਇਆ ਹੋਵੇਗਾ, ਤੇ ਹੋਰ ਵੀ ਹੋਇਆ ਹੋਣਗੇ ਜਿਹੜੇ ਵੋਕਲ ਨੇ। ਇੱਥੇ ਗੈਂਗਸਟਰਸ ਜੇਲ੍ਹਾਂ 'ਚੋਂ ਬੈਠੇ ਵਿਦੇਸ਼ਾਂ ਦੇ ਉਹ ਛੋਰੇ ਕਤਲਾਂ ਦਾ ਜ਼ਿੰਮੇਵਾਰੀ ਚੱਕ ਰਹੇ ਨੇ, ਔਰ ਉਹਨਾਂ ਨੂੰ ਸਾਡਾ ਨੈਸ਼ਨਲ ਟੈਲੀਵਿਜ਼ਨ ਉਹਨੂੰ ਫਲੌਂਟ ਕਰ ਰਿਹਾ ਵਾ। ਇੱਕ ਜੇਲ੍ਹ 'ਚ ਬੈਠਾ ਗੈਂਗਸਟਰ ਆ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਵਾ। ਔਰ ਇੱਥੇ ਜੇਲ੍ਹ 'ਚ ਬੈਠੇ ਗੈਂਗਸਟਰਸ ਇੰਟਰਵਿਊਜ਼ ਦੇ ਰਹੇ ਨੇ ਕਿ ਇਹ ਇਸ ਰੂਲ ਆਫ ਲਾਅ ਤੇ ਇਸ ਕਨਸਟੀਟਿਊਸ਼ਨ ਤੇ ਅਸੀਂ ਫਖਰ ਕਰਦੇ ਹਾਂ ਕਿ ਭਗਵੰਤ ਮਾਨ ਤੁਸੀਂ ਫੋਟੋ ਪਿੱਛੇ ਬਾਬਾ
ਸਾਹਿਬ ਅੰਬੇਦਕਰ ਦੀ ਇਸ ਲਈ ਟੰਗੀ ਹੋਈ ਹੈ ਕਿ ਤੁਸੀਂ ਤੁਹਾਡੇ ਪੰਜਾਬ ਦੇ ਵਿੱਚ ਜੇਲ੍ਹਾਂ 'ਚੋਂ ਇੰਟਰਵਿਊਆਂ ਚੱਲਣ ਤੇ ਜੇਲ੍ਹਾਂ 'ਚੋਂ ਸਭ ਕੁਝ ਚੱਲੇ, ਵੀਡੀਓਜ਼ ਆਉਣ ਤੇ ਤੁਸੀਂ ਕੁਝ ਨਾ ਕਰੋ। ਔਰ ਐਡੇ ਇੰਪੋਰਟੈਂਟ ਸੈਂਸੇਸ਼ਨਲ ਮੈਟਰ ਦੇ ਉੱਤੇ ਜਿੱਥੇ ਲੱਖਾਂ ਨੌਜਵਾਨਾਂ ਦਾ ਭਵਿੱਖ ਜੁੜਿਆ, ਤੁਸੀਂ ਉਹਦੇ ਤੇ ਨਾ ਬੋਲੋ। ਇੱਥੋਂ ਤੱਕ ਮੇਰਾ ਖਿਆਲ ਤਾਂ ਸ਼ਾਇਦ ਭਗਵੰਤ ਮਾਨ ਵੀਜ਼ੇ ਤੇ ਵੀ ਨਹੀਂ ਬੋਲਿਆ। ਚਲੋ ਅਕਾਲੀਆਂ ਨੇ ਮਾੜੀ ਮੋਟੀ ਸੰਗ ਕੀਤੀ, ਉਹ ਵੀਜ਼ੇ ਤੇ ਬੋਲੇ। ਮੈਂ ਵੀਜ਼ੇ ਤੇ ਵੀ ਕਹਿਣਾ ਚਾਹੁੰਦਾ ਕਿ ਇਹ ਕੀ ਇਹਦੇ ਨਾਲ ਕਿੱਦਾਂ ਕੱਚੀ ਛਵੀ ਜਾਵੇਗੀ ਆਪਣੀ, ਜਾਣਦਿਆਂ ਹੋਇਆਂ ਕਿ ਪੰਜਾਬ ਦੇ ਔਰ ਭਾਰਤ ਦੇ, ਸ਼ਾਇਦ ਭਾਰਤ ਦੀ ਟੋਟਲ ਇੰਡੀਅਨ ਪੋਪੂਲੇਸ਼ਨ ਕੈਨੇਡਾ ਵਿੱਚ 4 ਕਰੋੜ ਵਿੱਚੋਂ ਅਪਰੋਕਸੀਮੇਟਲੀ 20 ਲੱਖ ਆ। ਤੁਸੀਂ ਇਸ ਇੱਕ ਇਨਸੀਡੈਂਟ ਨੂੰ ਇਸ਼ੂ ਬਣਾ ਕੇ ਤੁਸੀਂ ਕਹਿੰਦੇ ਅਸੀਂ ਕੈਨੇਡੀਅਨਸ ਨੂੰ ਕਿਸੇ ਨੂੰ ਵੀਜ਼ਾ ਨਹੀਂ ਦੇਣਾ। ਉਹਦੇ ਬਹੁਤ ਸਾਰੇ ਗੈਰ ਪੰਜਾਬੀ ਵੀ ਮਾਰੇ ਜਾਣਗੇ, ਬਹੁਤ ਸਾਰੇ ਕੇਰਲਾ ਦੇ, ਬਹੁਤ ਸਾਰੇ ਸਾਊਥ ਇੰਡੀਅਨ ਦੇ ਸਟੇਟਸ ਦੇ, ਗੁਜਰਾਤ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੇ ਬਹੁਤ ਪ੍ਰੋਗਰੈਸਿਵ ਬਿਜ਼ਨਸਮੈਨ ਕੈਨੇਡਾ ਤੇ ਅਮਰੀਕਾ 'ਚ ਬੈਠੇ ਨੇ। ਇਹ ਤਾਂ ਉਹ ਵੀ ਸ਼ਿਕਾਰ ਹੋ ਜਾਣਗੇ। ਔਰ ਮੈਂ ਅੰਤ ਵਿੱਚ ਕਹਿਣਾ ਚਾਹੁੰਦਾ, ਦੇਖੋ ਮੈਂ ਅੱਜ ਬੋਲਿਆ, ਹੋ ਸਕਦਾ ਮੈਨੂੰ ਇਸ ਗੱਲ ਵਾਸਤੇ ਖਮਿਆਜ਼ਾ ਵੀ ਭੁਗਤਣਾ ਪਵੇ, ਪਰ ਫਿਰ ਅਲਟੀਮੇਟਲੀ ਕੀ ਕਹਿੰਦੇ ਨੇ ਕਿ ਸਭ ਕੁਝ ਰਾਜਨੀਤੀ ਨਹੀਂ ਹੁੰਦੀ, ਕੁਝ ਤੁਹਾਡੀ ਜ਼ਮੀਰ ਵੀ ਹੁੰਦੀ ਆ। ਤੁਹਾਡੇ ਅੰਦਰ ਜਿਹੜੇ ਜਜ਼ਬਾਤ ਤੇ ਭਾਵਨਾਵਾਂ ਨੇ, ਉਹਦੇ ਬਾਰੇ ਮੈਂ ਬੜਾ ਸੋਚਣ ਵਿਚਾਰਨ ਤੋਂ ਬਾਅਦ ਇਹ ਗੱਲ ਮੈਂ ਅੱਜ ਤੁਹਾਡੇ ਸਾਹਮਣੇ ਰੱਖੀ ਆ। ਔਰ ਜਿੱਥੋਂ ਤੱਕ ਕਾਂਗਰਸ ਦਾ ਵਿਊ ਪੁਆਇੰਟ ਹੈ, ਠੀਕ ਹੈ, ਸਾਡੇ ਕੁਝ ਲੀਡਰਸ ਇੱਥੇ ਉਹੀ ਨੈਸ਼ਨਲਿਸਟ ਵਿਊ ਪੁਆਇੰਟ ਲੈਂਦੇ ਨੇ, ਉਹਨਾਂ ਨੂੰ ਅਧਿਕਾਰ ਹੈਗਾ ਕਿਉਂਕਿ ਉਹਨਾਂ ਦਾ ਦਾਇਰਾ ਇੱਕ ਸਾਰੇ ਦੇਸ਼ ਦੇ ਐਂਗਲ ਤੋਂ, ਲੇਕਿਨ ਸਾਡਾ ਦਾਇਰਾ ਤਾਂ ਸਾਡੀ ਆਪਣੀ ਸਟੇਟ ਹੈ, ਸਾਡੀ ਆਪਣੀ ਕੌਮ ਹੈ। ਜੇ ਅਸੀਂ ਆਪਣੀ ਕੌਮ ਨੂੰ ਨਹੀਂ ਬੋਲਾਂਗੇ ਤੇ ਫਿਰ ਅਸੀਂ ਲੀਡਰ ਹੋਣ ਦੇ ਹੱਕਦਾਰ ਨਹੀਂ। ਕਿ ਹਾਲਾਂਕਿ ਅਗਰ ਮੈਂ ਰਾਹੁਲ ਗਾਂਧੀ ਨੂੰ ਦੀ ਗੱਲ ਕੋਟ ਕਰਾਂ ਤੇ ਉਹ ਜਦੋਂ ਪਿੱਛੇ ਇੰਗਲੈਂਡ ਦੇ ਦੌਰੇ ਤੇ ਗਏ ਸੀ, ਉਹਨਾਂ ਨੇ ਆਕਸਫੋਰਡ ਵਿੱਚ ਇੱਕ ਇੰਟਰਵਿਊ ਦਿੱਤੀ ਹੋਈ ਆ। ਉਹਨਾਂ ਨੇ ਉੱਥੇ ਬੈਠ ਕੇ ਇੰਗਲੈਂਡ ਦੀ ਧਰਤੀ ਤੇ ਕਿਹਾ ਸੀਗਾ ਕਿ ਜਿਹੜੀਆਂ ਮਾਈਨੋਰਿਟੀਜ਼ ਨੇ ਇੰਡੀਆ ਦੇ ਵਿੱਚ, ਪਾਰਟਿਕੂਲਰਲੀ ਸਿੱਖਸ ਤੇ ਮੁਸਲਿਮਸ ਨੂੰ ਸਿੰਗਲ ਆਊਟ ਕੀਤਾ ਕਿ ਇਹ ਸੈਕੰਡ ਰੇਟ ਸਿਟੀਜ਼ਨਸ ਨੇ। ਇਹ ਮੈਂ ਨਹੀਂ ਕਹਿ ਰਿਹਾ ਸਾਡੇ ਕਾਂਗਰਸ ਦਾ ਟੌਪ, ਔਰ ਐਨੀ ਫੀਲ ਸੋ, ਕਿਉਂਕਿ ਜੋ ਪਿਛਲੇ ਸਾਲਾਂ ਦੇ ਵਿੱਚ ਜਿਸ ਢੰਗ ਦੇ ਨਾਲ ਵਿਤਕਰਾ ਹੋਇਆ, ਟਾਰਗੇਟਿੰਗ ਹੋਈ, ਹੇਟ ਕੈਂਪੇਨਸ ਚਲਾਏ ਗਏ, ਵਿਲੀਫਿਕੇਸ਼ਨ ਕੈਂਪੇਨ ਚਲਾਇਆ ਗਿਆ, ਇਹ ਸਾਰੀ ਦੁਨੀਆ ਨੂੰ ਦਿਸ ਰਿਹਾ ਨਾ। ਉਹ ਠੀਕ ਹੈ ਕਿ ਅਗਰ ਆਪਾਂ ਆਪਣੀ ਅੱਖਾਂ ਬੰਦ ਕਰੀਏ ਕਿ ਅਸੀਂ ਨਹੀਂ ਦੇਖਣਾ ਚਾਹੁੰਦੇ ਇਹ ਮਸਲਾ, ਲੇਕਿਨ ਦੁਨੀਆ ਜਿਹੜੀ ਹੈ ਅੱਜ ਬਹੁਤ ਤੇਜ਼ੀ ਦੇ ਨਾਲ ਇੰਟਰਕਨੈਕਟਡ ਹੈ, ਸੋਸ਼ਲ ਮੀਡੀਆ ਨਾਲ ਕਨੈਕਟਡ ਹੈ, ਕਈ ਪਲੇਟਫਾਰਮਸ ਨਾਲ ਕਨੈਕਟਡ ਹੈ, ਮੀਡੀਆ ਬਹੁਤ ਐਕਸੈਸਿਬਲ ਹੈ। ਸੋ ਮੈਂ ਕਿਸੇ ਦੀ ਮੁਖਾਲਫਤ ਕਰਨ ਵਾਸਤੇ ਇੱਥੇ ਨਹੀਂ ਆਇਆ। ਮੈਂ ਤਾਂ ਸਿਰਫ ਇਹ ਕਹੂੰਗਾ ਕਿ ਅੱਜ ਸਾਡੇ ਦੇਸ਼ ਨੂੰ ਪਾਰਲੀਮੈਂਟ ਸੈਸ਼ਨ ਆਨ ਚੱਲ ਰਿਹਾ ਵਾ, ਉਸ ਵਿੱਚ ਵੈਸੇ ਹੀ ਫਰਜ਼ ਬਣਦਾ ਸੀਗਾ ਗਵਰਨਮੈਂਟ ਆਫ ਇੰਡੀਆ ਦੇ ਟੌਪ ਲੀਡਰਸ ਦਾ ਕਿ ਉਹ ਪ੍ਰੋਪਰ ਤੌਰ ਤੇ ਇਸ ਸਾਰੀ ਗੱਲ ਨੂੰ ਕਲੈਰੀਫਾਈ ਕਰਦੇ। ਔਰ ਅੱਜ ਵੀ ਮੈਂ ਚਾਹੂੰਗਾ ਕਿ ਕਿਰਪਾ ਕਰਕੇ ਜਿਹੜਾ ਤੁਸੀਂ ਵੀਜ਼ਾਜ਼ ਉਡਾਤੇ ਨੇ ਸਾਰੇ, ਔਰ ਤੁਸੀਂ ਆਰਟਿਸਟ ਨੂੰ ਇੱਥੇ ਇੰਡੀਆ ਦੀ ਧਰਤੀ ਤੇ ਪਰਫਾਰਮ ਨਹੀਂ, ਇਹਦੇ ਨਾਲ ਕੜੱਤਨ ਵਧਣੀ ਹੈ, ਇਹਦੇ ਨਾਲ ਕੜੱਤਨ ਘਟਣੀ ਨਹੀਂਗੀ। ਇਹ ਅੰਦਾਜ਼ਾ ਲਾਓ ਕਿ ਤੁਹਾਡਾ ਟ੍ਰੇਡ ਇੰਡੀਆ ਦਾ ਇਫੈਕਟ ਹੋਵੇਗਾ। ਆਫਟਰ ਆਲ ਕਾਫੀ ਵੱਡੇ ਪੱਧਰ ਦੇ ਉੱਤੇ ਇੰਡੀਆ ਔਰ ਕੈਨੇਡਾ ਦਾ ਟ੍ਰੇਡ ਦੇ ਸੰਬੰਧ ਨੇ। ਅਲਟੀਮੇਟਲੀ ਜੇ ਇਸ ਲੈਵਲ ਤੇ ਆ ਗਏ, ਅਸੀਂ ਡਿਪਲੋਮੈਟਿਕ ਟਾਈਜ਼ ਕੱਟ ਦਿੱਤੇ ਨੇ, ਫਿਰ ਅਲਟੀਮੇਟਲੀ ਫਲਾਈਟਸ ਵੀ ਬੰਦ ਹੋ ਜਾਣਗੀਆਂ। ਕਿ ਅਸੀਂ ਆਈਸੋਲੇਟਿਡ ਤਰੀਕੇ ਨਾਲ ਇਸ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕਾਂਗੇ? ਤਾਂ ਮੈਂ ਸਮਝਦਾ ਕਿ ਜੋ ਇਹ ਮਸਲਾ ਉੱਠਿਆ ਵਾ, ਜੋ ਇੱਕ ਐਲੀਗੇਸ਼ਨਸ ਨੇ, ਹਲੇ ਹੋ ਸਕਦਾ ਇਸ ਨੂੰ ਬਹੁਤ ਚੰਗੇ ਤਰੀਕੇ ਨਾਲ ਸਾਡੀ ਗਵਰਨਮੈਂਟ ਜਿਹੜੀ ਉਹਨੂੰ ਕਲੈਰੀਫਾਈ ਕਰ ਸਕਦੀ ਹੈ। ਅਗਰ ਕਿਸੇ ਨੇ ਗਲਤੀ ਕੀਤੀ ਹੈ, ਫਰਜ਼ ਕਰੋ ਹੋ ਸਕਦਾ ਕਿ ਸਰਕਾਰ ਦੀ ਅੱਖ ਤੋਂ ਥੱਲੇ ਕਿ ਯਾਰ ਬਹੁਤ ਸਾਰੇ ਕੰਮ ਕਰ ਜਾਂਦੇ ਨੇ, ਜਿੱਦਾਂ ਪੰਜਾਬ ਦੇ ਵਿੱਚ ਉਸ ਵਕਤ ਮਿਲੀਟੈਂਸੀ ਦੇ ਦੌਰ ਦੇ ਵਿੱਚ ਕਈਆਂ ਨੇ ਆਪਣੀਆਂ ਬੜੀਆਂ ਰੋਟੀਆਂ ਸਿੱਕੀਆਂ, ਕਈਆਂ ਨੇ ਬੜੇ ਬਦਲੇ ਲਏ, ਕਈਆਂ ਨੇ ਬਹੁਤ ਘਰਾਂ ਦੇ ਘਰ ਤਬਾਹ ਕਰ ਦਿੱਤੇ, ਘਰ ਸਾੜ ਦਿੱਤੇ, ਲੋਕਾਂ ਨੂੰ ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ। ਉਹਦੀ ਆੜ ਦੇ ਵਿੱਚ ਕਿਤੇ ਇਹ ਤਾਂ ਨਹੀਂਗਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਆੜ ਵਿੱਚ ਥੱਲੇ ਹੀ ਕਿਸੇ ਨੇ ਕਰਤਾ, ਹੋ ਸਕਦਾ ਇਸ ਤਰ੍ਹਾਂ ਵੀ ਹੋਇਆ ਹੋਵੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਲੈਰੀਫਿਕੇਸ਼ਨ ਮੰਗਦੀਆਂ। ਪਰੰਤੂ ਮੈਨੂੰ ਬੜਾ ਦੁੱਖ ਹੋਇਆ ਕਿ ਐਡਾ ਸਾਡਾ ਇੱਕ ਮਾਣਮੱਤਾ ਸੂਬਾ ਹੋਵੇ, ਐਡਾ ਗੌਰਵਮਈ ਇਤਿਹਾਸ ਹੋਵੇ, ਔਰ ਸਾਡੇ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ ਸਭ ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਵਿੱਚ ਫਾਂਸੀਆਂ ਦੇ ਰੱਸੇ ਚੁੰਮੇ ਹੋਣ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ ਹੋਣ, ਔਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹੋਣ। ਮੈਂ ਉਹ ਗਿਣਾਉਣਾ ਨਹੀਂ ਚਾਹੁੰਦਾ। ਕੂਕਾ ਲਹਿਰ ਤੇ ਬਾਬਾ ਗਦਰੀ ਬਾਬੇ ਕਿੱਥੋਂ ਉੱਠ ਕੇ ਵਿਦੇਸ਼ਾਂ ਚੋਂ ਆਣ ਕੇ ਇਸ ਦੇਸ਼ ਨੂੰ ਆਜ਼ਾਦ ਕੀਤਾ। ਅੱਜ ਵੀ ਸਾਡੇ ਬੰਦੇ ਨੇ ਜਿਹੜੇ, ਜਦੋਂ ਕੋਈ ਬਾਰਡਰਸ ਦੇ ਉੱਤੇ ਕੋਈ ਦੇਸ਼ ਹਮਲਾ ਕਰਦਾ, ਦੂਸਰਾ ਵਿਰੋਧੀ ਦੇਸ਼, ਤੇ ਜਦੋਂ ਕਫਨ ਆਉਂਦੇ ਨੇ ਪੰਜਾਬ ਦੇ ਵਿੱਚ, ਉਹਦੇ 'ਚ ਹਮੇਸ਼ਾ ਜਾਂ ਇੰਡੀਆ 'ਚ ਆਉਂਦੇ ਨੇ, ਜਦੋਂ ਮਰਦੇ ਨੇ ਬਾਰਡਰਸ ਦੇ ਰਖਵਾਲੀ, ਉਹ ਪੰਜਾਬ ਦੇ ਹੀ ਬਸ਼ਿੰਦੇ ਹੁੰਦੇ ਹਨ। ਔਰ ਇਸ ਤੋਂ ਇਲਾਵਾ ਜੋ ਸਾਡਾ ਸਪੋਰਟਸ ਵਿੱਚ ਯੋਗਦਾਨ ਹੈ, ਜੋ ਸਾਡਾ ਫੂਡ ਪ੍ਰੋਡਕਸ਼ਨ ਵਿੱਚ ਇਸ ਦੇਸ਼ ਨੂੰ ਸੈਲਫ ਸਫੀਸ਼ੀਐਂਟ ਕੀਤਾ, ਖਾਣ ਪੀਣ ਦੀਆਂ ਚੀਜ਼ਾਂ ਵਿੱਚ, ਅਨਾਜ ਵਿੱਚ, ਉਹ ਗੱਲਾਂ ਸਾਰੀਆਂ ਸੈਕੰਡਰੀ ਨੇ। ਉਹ ਸਾਡਾ ਯੋਗਦਾਨ ਐਂ ਲੱਗਦਾ ਜਦੋਂ ਸਾਡੇ ਤੇ ਹਮਲਾ ਹੁੰਦਾ ਔਰ ਸਭ ਨੂੰ ਇੱਕੋ ਹੀ ਟੈਗ
ਵੱਖਵਾਦੀ ਅੱਤਵਾਦੀ ਪਤਾ ਨਹੀਂ ਉਗਰਵਾਦੀ ਕਹਿ ਕੇ ਟੀਵੀਆਂ ਦੇ ਉੱਤੇ ਭੰਡਿਆ ਜਾਂਦਾ ਵਾ, ਉਹ ਸਾਨੂੰ ਸਭ ਨੂੰ ਦੁੱਖ ਹੁੰਦਾ, ਮੈਨੂੰ ਵੀ ਬਹੁਤ ਦੁੱਖ ਹੁੰਦਾ। ਉਮੀਦ ਕਰਦਾ ਕਿ ਸਾਡੀ ਸਰਕਾਰ ਠੀਕ ਰਿਕੋਰਸ ਲਵੇਗੀ ਔਰ ਅਪਰੋਪਰੀਏਟ ਐਕਸ਼ਨ ਲਵੇਗੀ ਤਾਂ ਕਿ ਸਾਡੀ ਇੰਡੀਆ ਦੀ ਜਿਹੜੀ ਰੈਪੂਟੇਸ਼ਨ ਹੈ ਉਹ ਸਾਰੀ ਦੁਨੀਆ ਦੇ ਵਿੱਚ ਅੱਛੀ ਰਵੇ, ਬਹਾਲ ਰਵੇ ਔਰ ਸਾਡਾ ਦੇਸ਼ ਜਿਹੜਾ ਉਹ ਪ੍ਰੋਗਰੈਸ ਕਰਦਾ ਰਵੇ। ਮੇਰੇ ਨਾਲ ਅੱਜ ਦੇ ਇਹਨਾਂ ਵਿਚਾਰਾਂ ਤੇ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਜਸਟ ਡੂ ਨਾਟ ਕਮੈਂਟ ਆਊਟ ਆਫ ਹੇਟਰਡ, ਟਰਾਈ ਟੂ ਕਮੈਂਟ ਆਊਟ ਆਫ ਰੀਜ਼ਨਿੰਗ। ਇੱਕ ਵਾਰ ਫਿਰ ਤੁਹਾਡਾ ਧੰਨਵਾਦ। ਥੈਂਕ ਯੂ ਸੋ ਮਚ।